ਸਤਿ ਸ੍ਰੀ ਅਕਾਲ। ਜਦੋਂ ਸਾਡੀ ਸੋਚ ਸਾਫ਼ ਕਲੀਅਰ ਥਿੰਕਿੰਗ ਹੋ ਜਾਂਦੀ ਹੈ ਤਾਂ ਸਾਨੂੰ ਦੁੱਖਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਜਦੋਂ ਕੋਈ ਵੀ ਵਿਅਕਤੀ ਕੋਈ ਚੰਗਾ ਕੰਮ ਕਰਦਾ ਹੈ ਤਾਂ ਉਸ ਚੰਗੇ ਕੰਮ ਦੀ ਸ਼ੁਰੂਆਤ ਇੱਕ ਦਿਨ ਵਿੱਚ ਨਹੀਂ ਹੋ ਜਾਂਦੀ। ਉਸ ਨੂੰ ਸੋਚਣੇ ਅਤੇ ਸਮਝਣੇ ਵਿੱਚ ਕਈ ਸਾਲਾਂ ਦਾ ਸਮਾਂ ਲੱਗ ਜਾਂਦਾ ਹੈ, ਤਾਂ ਜਾ ਕੇ ਉਸ ਉੱਤੇ ਪੂਰੀ ਤਰ੍ਹਾਂ ਚੱਲ ਸਕਦੇ ਹਾਂ। ਦੁਨੀਆ ਵਿੱਚ ਇੱਕ ਮਹਾਨ ਪੁਰਸ਼ ਮਹਾਤਮਾ ਬੁੱਧ ਵੀ ਹੋਏ ਹਨ। ਮਹਾਤਮਾ ਬੁੱਧ ਦੀ ਬੁੱਧੀ ਇਸ ਤਰ੍ਹਾਂ ਜਾਗਰਤ ਹੋਈ ਕਿ ਸਮਾਜ ਵਿੱਚ ਇੱਕ ਨਵੇਂ ਧਰਮ ਦੀ ਸਥਾਪਨਾ ਕਰ ਗਏ। ਅੱਜ ਦੇ ਮਨੁੱਖ ਦੀ ਅਵਸਥਾ ਦੇਖ ਕੇ ਇਹੀ ਲੱਗਦਾ ਹੈ ਕਿ ਮਨੁੱਖ ਨੂੰ ਸਹੀ ਰਾਹ ਦਿਖਾਉਣ ਲਈ ਮਹਾਤਮਾ ਬੁੱਧ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਜ਼ਰੂਰਤ ਹੈ। ਅੱਜ ਤਾਂ ਇਨਸਾਨ ਹੈਵਾਨ ਬਣ ਗਿਆ ਹੈ। ਨਾ ਤਾਂ ਉਸ ਨੂੰ ਪ੍ਰਕਿਰਤੀ ਦਾ ਧਿਆਨ ਹੈ ਅਤੇ ਨਾ ਹੀ ਪ੍ਰਕਿਰਤੀ ਵਿੱਚ ਵਸਣ ਵਾਲੇ ਜੀਵ ਜੰਤੂਆਂ ਦਾ। ਇੱਥੇ ਤੱਕ ਕਿ ਉਸ ਨੂੰ ਆਪਣਾ ਖੁਦ ਦਾ ਧਿਆਨ ਵੀ ਨਹੀਂ ਹੈ। ਆਪਣੇ ਸਵਾਰਥ ਵਾਸਤੇ ਲੋਕ ਲਾਲਚ ਵਿੱਚ ਉਹ ਇਨਸਾਨੀਅਤ ਨੂੰ ਗਾਉਣ ਲੱਗਾ ਹੋਇਆ ਹੈ। ਬੁੱਧ ਜੀ ਕਿਹਾ ਕਰਦੇ ਸਨ ਕਿ ਮਨੁੱਖ ਦੀ ਮਹਾਨਤਾ ਯੁੱਧ ਜਿੱਤਣੇ ਵਿੱਚ ਨਹੀਂ ਹੈ, ਬਲਕਿ ਆਪਣੇ ਉੱਪਰ ਜਿੱਤ ਪ੍ਰਾਪਤ ਕਰਨੇ ਵਿੱਚ ਹੈ। ਮਨ ਜੀਤੇ ਜਗ ਜੀਤ। ਇਸ ਲਈ ਉਹਨਾਂ ਨੇ 4 ਸੱਚ ਦੱਸੇ ਹਨ: ਦੁੱਖ ਅਤੇ ਦੁੱਖ ਦੀ ਉਤਪਤੀ, ਦੁੱਖ ਤੋਂ ਮੁਕਤੀ ਅਤੇ ਗਮੀ। ਇਹ ਸਾਰੀਆਂ ਗੱਲਾਂ ਬੁੱਧ ਦੇ ਮਸਤਕ ਵਿੱਚ ਉਦੋਂ ਹੀ ਆਈਆਂ ਹੋਣਗੀਆਂ ਜਦੋਂ ਉਹ ਜਾਗਰਤ ਹੋਏ ਹੋਣਗੇ, ਜਦੋਂ ਉਹਨਾਂ ਦੀ ਬੁੱਧੀ ਜਾਂ ਵਿਵੇਕ ਪੂਰੀ ਤਰ੍ਹਾਂ ਨਾਲ ਖੁੱਲ੍ਹ ਗਿਆ ਹੋਵੇਗਾ। ਜਦੋਂ ਮਨੁੱਖ ਜਾਗਰਤ ਹੋ ਜਾਂਦਾ ਹੈ, ਉਸ ਦੀ ਬੁੱਧੀ ਸਾਫ਼ ਬਣ ਜਾਂਦੀ ਹੈ ਤਾਂ ਉਸ ਦੇ ਕੋਲ ਦੁੱਖ ਦਾ ਨਾਮ ਨਿਸ਼ਾਨ ਵੀ ਨਹੀਂ ਰਹਿੰਦਾ। ਜਦੋਂ ਕਿਸੇ ਦੀ ਬੁੱਧੀ ਦੇ ਵਿਚਾਰ ਪੋਜ਼ਿਟਿਵ ਹਨ, ਠੀਕ ਹਨ, ਤਾਂ ਉਸ ਵਿਅਕਤੀ ਦੇ ਦੁਖੀ ਹੋਣ ਦਾ ਕੋਈ ਕਾਰਨ ਹੀ ਨਹੀਂ ਹੈ। ਜੇ ਕੋਈ ਵਿਅਕਤੀ ਦੁਖੀ ਹੈ ਤਾਂ ਇਹ ਤਾਂ ਪੱਕਾ ਹੈ ਕਿ ਉਸ ਦੇ ਵਿਚਾਰ ਨੈਗੇਟਿਵ ਹਨ। ਜੇ ਕਿਸੇ ਦੇ ਆਪਣੇ ਵਿਚਾਰ ਠੀਕ ਨਹੀਂ ਹਨ ਤਾਂ ਹੋਰ ਕੋਈ ਉਸ ਨੂੰ ਸੁਖੀ ਨਹੀਂ ਬਣਾ ਸਕਦਾ। ਜੇ ਸਿਤਾਰ ਦੀ ਤਾਰ ਨੂੰ ਜ਼ਿਆਦਾ ਕੱਸ ਦਿੱਤਾ ਜਾਵੇ ਤਾਂ ਢਿੱਲੀ ਛੱਡ ਦਿੱਤੀ ਜਾਵੇ ਤਾਂ ਸਿਤਾਰ ਵਿੱਚੋਂ ਬੇਸੁਰੀ ਆਵਾਜ਼ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਉਸ ਵਿੱਚੋਂ ਸੰਗੀਤ ਨਹੀਂ ਨਿਕਲਦਾ। ਇਸੇ ਤਰ੍ਹਾਂ ਮਨੁੱਖ ਨੂੰ ਦੁੱਖ ਦਰਦ ਤੋਂ ਮੁਕਤੀ ਪਾਉਣ ਲਈ ਮਾਨਸਿਕ ਤੌਰ 'ਤੇ ਆਪਣੇ ਆਪ ਨੂੰ ਸਹੀ ਰਸਤੇ 'ਤੇ ਚਲਾਉਣਾ ਹੋਵੇਗਾ। ਮਹਾਤਮਾ ਬੁੱਧ ਨੇ ਦੁੱਖ ਤੋਂ ਮੁਕਤੀ ਪਾਉਣ ਵਾਸਤੇ 8 ਉਪਾਅ ਦੱਸੇ ਹਨ, ਜਿਸ ਨੂੰ ਅਸ਼ਟਾਂਗ ਮਾਰਗ ਵੀ ਕਹਿੰਦੇ ਹਨ। ਪਹਿਲਾ ਹੈ ਸਮਯਕ ਦ੍ਰਿਸ਼ਟੀ, ਡਿਵਾਈਨ ਵਿਜ਼ਨ। ਇਸ ਦਾ ਅਰਥ ਹੈ ਜੋ ਹੈ ਉਹੀ ਦੇਖਣਾ ਹੈ, ਜਿਸ ਤਰ੍ਹਾਂ ਹੈ ਉਸੇ ਤਰ੍ਹਾਂ ਦੇਖਣਾ ਹੈ। ਸਭ ਨੂੰ ਨਜ਼ਰਾਂ ਨਾਲ ਨਿਹਾਲ ਕਰਨ ਵਾਲੀਆਂ ਨਿਗਾਹ ਨਾਲ ਦੇਖਣਾ ਹੈ। ਆਪਣੀ ਕਾਮਨਾ, ਆਪਣੀ ਧਾਰਨਾ, ਆਪਣੀ ਵਾਸ਼ਨਾ, ਆਪਣੀ ਮਾਨ ਅਤੇ ਆਪਣੇ ਦ੍ਰਿਸ਼ਟੀਕੋਣ ਵਿੱਚ ਨਹੀਂ ਲਿਆਉਣਾ ਹੈ, ਤਾਂ ਹੀ ਤੁਸੀਂ ਕਿਸੇ ਨਾਲ ਨਿਆਂ ਕਰ ਸਕੋਗੇ। ਦੂਸਰਾ ਹੈ ਸਮਯਕ ਸੰਕਲਪ। ਇਸ ਦਾ ਮਤਲਬ ਹੈ ਜੋ ਕਰਨੇ ਯੋਗ ਹੈ ਉਹੀ ਕਰਨਾ ਹੈ। ਸਰਬੱਤ ਦੇ ਭਲੇ ਦੇ ਹੀ ਸੰਕਲਪ ਕਰਨੇ ਹਨ ਅਤੇ ਸਹੀ ਸੋਚ ਲਈ ਆਪਣਾ ਪੂਰਾ ਜੀਵਨ ਸਮਰਪਿਤ ਕਰ ਦੇਣਾ ਹੈ। ਤੀਸਰਾ ਹੈ ਸਮਯਕ ਬਾਣੀ। ਇਸ ਦਾ ਮਤਲਬ ਹੈ ਮਨ, ਬਚਨ ਅਤੇ ਕਰਮ ਦ੍ਰਿਸ਼ਟੀ ਵਿੱਚ ਬਾਣੀ ਵਿੱਚ ਉਹ ਸੱਚਾ ਸਵਰੂਪ ਝਲਕਦਾ ਰਹਿਣਾ ਚਾਹੀਦਾ ਹੈ। ਇਹ ਨਹੀਂ ਕਹਿਣਾ ਕੁਝ ਹੋਰ ਹੈ ਅਤੇ ਕਰਨਾ ਕੁਝ ਹੋਰ ਹੈ। ਫਾਰਮੈਲਿਟੀ ਛੱਡਣੀ ਹੈ। ਆਪਣੇ ਬੋਲਾਂ ਨੂੰ ਸੰਪੂਰਨ ਰੂਪ ਵਿੱਚ ਦੋਸ਼ ਮੁਕਤ ਕਰ ਦੇਣਾ ਸਮਯਕ ਬਾਣੀ ਹੈ। ਚੌਥਾ ਹੈ ਸਮਯਕ ਕਰਮ। ਸਾਨੂੰ ਉਹੀ ਕਰਨਾ ਚਾਹੀਦਾ ਹੈ ਜਿਸ ਨੂੰ ਕਰਨ ਲਈ ਸਾਡਾ ਅੰਤਰਮਨ ਸਾਨੂੰ ਇਜਾਜ਼ਤ ਦਿੰਦਾ ਹੈ ਅਤੇ ਜਿਸ ਨੂੰ ਕਰਨ ਨਾਲ ਸਾਡੇ ਕਰਮ ਨਿਰਮਲ ਹੋਣ ਲੱਗਦੇ ਹਨ। ਪੰਜਵਾਂ ਹੈ ਸਮਯਕ ਅਜੀਵਕਾ। ਇਸ ਦਾ ਸਾਫ਼ ਅਰਥ ਇਹ ਹੈ ਕਿ ਦੁਨੀਆ ਵਿੱਚ ਵਿਅਕਤੀ ਧਨ ਤਾਂ ਬਹੁਤ ਤਰ੍ਹਾਂ ਕਮਾ ਸਕਦਾ ਹੈ, ਗਲਤ ਢੰਗ ਨਾਲ ਵੀ ਕਮਾ ਸਕਦਾ ਹੈ। ਗਲਤ ਢੰਗ ਨਾਲ ਕਮਾਏ ਹੋਏ ਧਨ ਨਾਲ ਜੋ ਖਾਣਾ ਲਿਆ ਕੇ ਖਾਂਦੇ ਹਾਂ, ਉਸ ਨਾਲ ਸੁੱਖ ਸ਼ਾਂਤੀ ਨਹੀਂ ਮਿਲ ਸਕਦੀ। ਧਨ ਕਮਾਉਣ ਵਾਸਤੇ ਸਹੀ ਰਸਤਾ ਹੀ ਚੁਣਨਾ ਚਾਹੀਦਾ ਹੈ ਤਾਂ ਕਿ ਜੀਵਨ ਵਿੱਚ ਸ਼ਾਂਤੀ ਮਿਲ ਸਕੇ ਅਤੇ ਫਜ਼ੂਲ ਚੀਜ਼ਾਂ ਨਾ ਇਕੱਠੀਆਂ ਕੀਤੀਆਂ ਜਾਣ। ਛੇਵਾਂ ਹੈ ਸਮਯਕ ਕੰਮ ਕਰਨਾ, ਬੈਲੈਂਸ। ਜਦੋਂ ਵਿਅਕਤੀ ਕੰਮ ਕਰਨ ਵਿੱਚ ਆਪਣੇ ਆਪ ਨੂੰ ਬਹੁਤ ਬਿਜ਼ੀ ਰੱਖਦਾ ਹੈ ਤਾਂ ਉਹ ਆਪਣੀ ਸਰੀਰਕ ਸੰਭਾਲ ਵੱਲ ਵੀ ਬਿਲਕੁਲ ਧਿਆਨ ਨਹੀਂ ਦਿੰਦਾ। ਕੁਝ ਲੋਕ ਤਾਂ ਪੂਰਾ ਖਾਣਾ ਵੀ ਨਹੀਂ ਖਾਂਦੇ ਅਤੇ ਕੁਝ ਲੋਕ ਆਲਸੀ ਹੋ ਜਾਂਦੇ ਹਨ। ਇਸ ਵਿੱਚ ਸੰਤੁਲਨ ਬਣਾਉਣਾ ਬਹੁਤ ਜ਼ਰੂਰੀ ਹੈ। ਸੱਤਵਾਂ ਹੈ ਸਮਯਕ ਸਮ੍ਰਿਤੀ, ਜਿਸ ਦਾ ਅਰਥ ਹੈ
ਕਿ ਵਿਅਰਥ ਉੱਤੇ ਆਪਣੀ ਬੁੱਧੀ ਨੂੰ ਨਾ ਟਿਕਾਓ। ਪੋਜ਼ਿਟਿਵ ਸੋਚੋ, ਵਿਅਰਥ ਨੂੰ ਭੁੱਲ ਜਾਵੋ ਅਤੇ ਸਹੀ ਨੂੰ ਸੰਭਾਲੋ। ਅੱਜ ਦੁਨੀਆ ਵਿੱਚ ਬਹੁਤ ਲੋਕ ਸਹੀ ਨੂੰ ਭੁਲਾ ਕੇ ਵਿਅਰਥ ਦਾ ਭਾਰ ਢੋ ਰਹੇ ਹਨ ਅਤੇ ਜੋ ਸਾਰਿਆਂ ਤੋਂ ਮੁੱਲਿਆਵਾਨ ਚੀਜ਼ ਸਾਡੇ ਕੋਲ ਹੈ ਉਸ ਨੂੰ ਕਹਿੰਦੇ ਹਨ ਚੇਤਨਾ, ਅਵੇਅਰਨੈਸ, ਜਾਗਰਤ ਅਵਸਥਾ। ਜਾਗਰਤ ਅਵਸਥਾ ਵਿੱਚ ਰਹਿਣਾ ਭੁੱਲ ਕੇ, ਸਹੀ ਨੂੰ ਭੁੱਲ ਕੇ ਬਾਕੀ ਸਭ ਕੁਝ ਯਾਦ ਰੱਖਦੇ ਹਨ। ਫਜ਼ੂਲ ਨੂੰ ਯਾਦ ਰੱਖਣ ਦੇ ਕਾਰਨ ਅਸੀਂ ਪਰੇਸ਼ਾਨ ਰਹਿੰਦੇ ਹਾਂ। ਇਸ ਸਮਯਕ ਸਮ੍ਰਿਤੀ ਰੱਖ ਕੇ ਸਾਨੂੰ ਆਪਣੇ ਉੱਪਰ ਅਟੈਂਸ਼ਨ ਰੱਖਣਾ ਚਾਹੀਦਾ ਹੈ। 8ਵਾਂ ਹੈ ਸਮਯਕ ਸਮਾਧੀ। ਜਦੋਂ ਵਿਅਕਤੀ ਦੀ ਚੇਤਨਾ ਵਿਵੇਕ ਜਾਗਰਤ ਹੋ ਜਾਂਦਾ ਹੈ ਤਾਂ ਵਿਅਕਤੀ ਦੀ ਅਵਸਥਾ ਇਸ ਸੰਸਾਰ ਤੋਂ ਉਪਰਾਮ ਹੋ ਜਾਂਦੀ ਹੈ। ਇਸੇ ਨੂੰ ਬੁੱਧ ਨੇ ਬੋਧ ਦੀ ਅਵਸਥਾ ਦੱਸਿਆ ਹੈ। ਕਹਿੰਦੇ ਹਨ ਸਮਾਧੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਿਸ ਵਿੱਚ ਵਿਅਕਤੀ ਜਾਗਰਤ ਹੋਵੇ, ਹੋਸ਼ ਵਿੱਚ ਹੋਵੇ। ਇਸ ਤਰ੍ਹਾਂ ਨਾ ਹੋਵੇ ਕਿ ਸਾਨੂੰ ਗਿਆਨ ਹੋਣੇ ਦੇ ਬਾਅਦ ਸੰਸਾਰ ਨਾਲ ਘਿਰਨਾ ਹੋ ਜਾਵੇ। ਅਸੀਂ ਰਹੀਏ ਸੰਸਾਰ ਵਿੱਚ ਹੀ, ਪਰ ਜਾਗਰਤ ਅਵਸਥਾ ਵਿੱਚ ਰਹੀਏ। ਇਸੇ ਲਈ ਮਹਾਤਮਾ ਬੁੱਧ ਨੂੰ ਜਦੋਂ ਬੋਧ ਦੀ ਪ੍ਰਾਪਤੀ ਹੋਈ ਤਾਂ ਉਹਨਾਂ ਨੇ ਸੰਸਾਰ ਨੂੰ ਠੀਕ ਤਰ੍ਹਾਂ ਨਾਲ ਸਮਝਿਆ। ਸਾਨੂੰ ਵੀ ਅੱਜ ਆਪਣੀ ਚੇਤਨਾ ਬੁੱਧੀ ਪੂਰੀ ਤਰ੍ਹਾਂ ਜਾਗਰਤ ਰੱਖ ਕੇ ਸੰਸਾਰ ਨੂੰ ਸਮਝਣ ਦੀ ਜ਼ਰੂਰਤ ਹੈ। ਅੱਜ ਦੀ ਕਹਾਣੀ ਹੈ। ਇੱਕ ਵਾਰ ਮਹਾਤਮਾ ਬੁੱਧ ਆਪਣੇ ਸ਼ਿਸ਼ਿਆਂ ਨਾਲ ਬੈਠੇ ਸਨ। ਉਹਨਾਂ ਨੂੰ ਦਾਨ ਦੇਣ ਵਾਲਿਆਂ ਦੀ ਲਾਈਨਾਂ ਲੱਗੀਆਂ ਹੋਈਆਂ ਸਨ ਅਤੇ ਉਹ ਮਹਾਤਮਾ ਬੁੱਧ ਦੇ ਅੱਗੇ ਕੁਝ ਨਾ ਕੁਝ ਚੜਾਉਂਦੇ ਜਾਂਦੇ ਸਨ। ਦਾਨ ਦੇਣੇ ਵਾਲਿਆਂ ਵਿੱਚ ਕਈ ਬੇਸ਼ੁਮਾਰ ਧਨ ਦੇ ਸੁਆਮੀ ਸਨ। ਬੁੱਧ ਜਿਨ੍ਹਾਂ ਦਾ ਦਾਨ ਸਵੀਕਾਰ ਕਰਦੇ ਸਨ ਉਹਨਾਂ ਲਈ ਆਪਣਾ ਸੱਜਾ ਹੱਥ ਆਸ਼ੀਰਵਾਦ ਦਿੰਦੇ ਹੋਏ ਖੜਾ ਕਰਦੇ ਸਨ। ਉਸੀ ਲਾਈਨ ਵਿੱਚ ਇੱਕ ਬਿਰਧ ਔਰਤ ਸਭ ਤੋਂ ਪਿੱਛੇ ਖੜੀ ਸੀ। ਜਦੋਂ ਸਭ ਨੇ ਦਾਨ ਦੇ ਦਿੱਤਾ ਤਾਂ ਉਹ ਬਿਰਧ ਔਰਤ ਬੁੱਧ ਦੇ ਕੋਲ ਗਈ ਅਤੇ ਬੋਲੀ, ਮਹਾਤਮਾ ਜੀ, ਮੈਂ ਬਹੁਤ ਗਰੀਬ ਹਾਂ। ਅੱਜ ਮੈਨੂੰ ਅੰਬ ਦੇ ਦਰਖਤ ਤੋਂ ਇੱਕ ਡਿੱਗਿਆ ਹੋਇਆ ਇੱਕ ਅੰਬ ਲੱਭਿਆ ਹੈ। ਮੈਂ ਉਸ ਨੂੰ ਅੱਧਾ ਖਾ ਚੁੱਕੀ ਸੀ ਤਾਂ ਮੈਨੂੰ ਪਤਾ ਲੱਗਾ ਤੁਸੀਂ ਪਿੰਡ ਵਿੱਚ ਆਏ ਹੋਏ ਹੋ। ਤੁਹਾਨੂੰ ਦੇਣੇ ਵਾਸਤੇ ਮੇਰੇ ਕੋਲ ਇਸ ਅੱਧੇ ਖਾਧੇ ਹੋਏ ਅੰਬ ਤੋਂ ਸਿਵਾ ਹੋਰ ਕੁਝ ਨਹੀਂ ਹੈ। ਕਿਰਪਾ ਕਰਕੇ ਇਸ ਨੂੰ ਸਵੀਕਾਰ ਕਰ ਲਵੋ। ਉਸ ਕੋਲੋਂ ਅੰਬ ਲੈਣ ਵਾਸਤੇ ਬੁੱਧ ਜੀ ਆਪਣੇ ਆਸਣ ਤੋਂ ਥੱਲੇ ਉਤਰੇ ਅਤੇ ਬੜੇ ਪਿਆਰ ਸਤਿਕਾਰ ਨਾਲ ਦੋਨਾਂ ਹੱਥਾਂ ਨਾਲ ਅੰਬ ਨੂੰ ਸਵੀਕਾਰ ਕਰ ਲਿਆ। ਉਸ ਦੇ ਸ਼ਿਸ਼ਿਆਂ ਨੇ ਪੁੱਛਿਆ, ਪ੍ਰਭੂ, ਕਿੰਨੇ ਬਹੁਮੁੱਲੇ ਉਪਹਾਰ ਤਾਂ ਤੁਸੀਂ ਇੱਕ ਹੱਥ ਨਾਲ ਹੀ ਸਵੀਕਾਰ ਕੀਤੇ ਹਨ, ਪਰ ਇਸ ਬਿਰਧ ਦੇ ਜੂਠੇ ਅੰਬ ਨੂੰ ਸਵੀਕਾਰ ਕਰਨ ਵਾਸਤੇ ਤੁਸੀਂ ਆਪਣੇ ਆਸਣ ਤੋਂ ਵੀ ਥੱਲੇ ਉਤਰ ਆਏ। ਇਸ ਵਿੱਚ ਇੰਨੀ ਵੱਡੀ ਕੀ ਵਿਸ਼ੇਸ਼ਤਾ ਹੈ? ਬੁੱਧ ਮੁਸਕਰਾ ਕੇ ਬੋਲੇ, ਸ਼ਿਸ਼ੋ, ਇਸ ਬਿਰਧ ਨੇ ਅੱਜ ਆਪਣੀ ਸਾਰੀ ਪੂੰਜੀ ਮੈਨੂੰ ਦੇ ਦਿੱਤੀ। ਹੋਰ ਲੋਕਾਂ ਨੇ ਤਾਂ ਮੈਨੂੰ ਜੋ ਕੁਝ ਵੀ ਦਿੱਤਾ ਉਹ ਉਹਨਾਂ ਦੀ ਦੌਲਤ ਦਾ ਥੋੜ੍ਹਾ ਜਿਹਾ ਹਿੱਸਾ ਸੀ ਅਤੇ ਉਹ ਦਾਨ ਦੇਣ ਲਈ ਉਹਨਾਂ ਦੇ ਮਨ ਵਿੱਚ ਹੰਕਾਰ ਵੀ ਸੀ। ਇਸ ਬਿਰਧ ਨੇ ਮੇਰੇ ਪ੍ਰਤੀ ਬਹੁਤ ਪਿਆਰ ਅਤੇ ਸ਼ਰਧਾ ਰੱਖਦੇ ਹੋਏ ਇਸ ਦੇ ਕੋਲ ਜੋ ਵੀ ਸੀ ਉਹ ਮੈਨੂੰ ਅਰਪਣ ਕਰ ਦਿੱਤਾ। ਫਿਰ ਵੀ ਇਸ ਦੇ ਮੁਖ 'ਤੇ ਕਿੰਨੀ ਨਿਮਰਤਾ ਅਤੇ ਸੰਤੁਸ਼ਟਤਾ ਹੈ। ਇਹ ਘਟਨਾ ਸਾਨੂੰ ਇਹ ਦੱਸਦੀ ਹੈ ਕਿ ਦਾਨ ਉਹੀ ਮੂਲਿਆਵਾਨ ਹੁੰਦਾ ਹੈ ਜਿਸ ਨੂੰ ਦੇਣ ਦੇ ਪਿੱਛੇ ਮਹਾਨ ਭਾਵਨਾ ਹੋਵੇ। ਸਤਿ ਸ੍ਰੀ ਅਕਾਲ।